ਅੱਜ ਆਓ ਅਸੀਂ ਸਵਰਗੀ ਪਰਿਵਾਰ ਅਤੇ ਸਵਰਗੀ ਮਾਤਾ ਜੀ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਸਮਾਂ ਸੱਚਮੁੱਚ ਜਲਦੀ ਲੰਘ ਜਾਂਦਾ ਹੈ। ਜੇਕਰ ਅਸੀਂ ਉਦੇਸ਼ ਰਹਿਤ ਹੋ ਕੇ ਆਪਣੀ ਜ਼ਿੰਦਗੀ ਜਿਉਂਦੇ ਹਾਂ ਤਾਂ ਇੱਕ ਸਾਲ ਅੱਖ ਝਪਕਦਿਆਂ ਹੀ ਉੱਡ ਜਾਂਦਾ ਹੈ। ਇਹ ਸਾਡਾ ਜੀਵਨ ਹੈ। ਅਸੀਂ ਇਹਨਾਂ ਛੋਟਾ ਜੀਵਨ ਜੀ ਰਹੇ ਹਾਂ ਅਤੇ ਇਸ ਜੀਵਨ ਦੇ ਖਤਮ ਹੋਣ ਤੋਂ ਬਾਅਦ ਅਸੀਂ ਸਵਰਗ ਦੇ ਰਾਜ ਵਿੱਚ ਜਾਵਾਂਗੇ। ਇਸ ਕਾਰਨ ਕਿ ਸਾਨੂੰ ਇਸ ਧਰਤੀ ਉੱਤੇ ਰਹਿੰਦੇ ਹੋਏ ਪਹਿਲਾਂ ਤੋਂ ਹੀ ਸਵਰਗ ਦੇ ਰਾਜ ਦੀਆਂ ਯੋਜਨਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ। ਜਿਵੇਂ ਤੁਹਾਡੇ ਵਿੱਚੋਂ ਹਰੇਕ ਕੋਲ ਇਸ ਧਰਤੀ ਉੱਤੇ ਰਹਿੰਦੇ ਹੋਏ ਆਪਣੇ ਜੀਵਨ ਦੀ ਯੋਜਨਾ ਹੈ, ਉਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਜੀਵਨ ਯੋਜਨਾ ਵਿੱਚ ਸਵਰਗ ਦੇ ਰਾਜ ਦੀ ਯੋਜਨਾ ਨੂੰ ਵੀ ਸ਼ਾਮਿਲ ਕਰੋ। ਅੱਜ ਆਓ ਅਸੀਂ ਸਵਰਗੀ ਪਰਿਵਾਰ ਅਤੇ ਸਵਰਗੀ ਮਾਤਾ ਜੀ ਸਿਰਲੇਖ ਉਪਦੇਸ਼ ਦੇ ਅਧੀਨ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ ਅਤੇ ਆਓ ਅਸੀਂ ਆਪਣੇ ਆਪ ਤੋਂ ਪੁੱਛੀਏ, ਪਰਮੇਸ਼ਵਰ ਸਾਰੀ ਮਨੁੱਖ ਜਾਤੀ ਨੂੰ ਬਾਈਬਲ ਦੀ ਸਿੱਖਿਆਵਾਂ ਤੇ ਸੱਚਾਈ ਦੇ ਵਚਨ ਕਿਉਂ ਦਿੰਦੇ ਹਨ? ਕਿ ਸਾਨੂੰ ਇਸ ਬਾਰੇ ਸੋਚਣ ਲਈ ਕੁਝ ਸਮਾਂ ਨਹੀਂ ਲੈਣਾ ਚਾਹੀਦਾ? ਜੋ ਲੋਕ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕਰਦੇ ਉਹ ਅਕਸਰ ਕਹਿੰਦੇ ਹਨ, ਇਹ ਜਾਣਨ ਲਈ ਕਿ ਸਵਰਗ ਦਾ ਰਾਜ ਹੈ ਜਾਂ ਨਹੀਂ ਸਾਨੂੰ ਮਰਨਾ ਹੋਵੇਗਾ। ਜਦ ਅਸੀਂ ਮਰੇ ਨਹੀਂ ਹਾਂ ਤਦ ਸਾਨੂੰ ਸਵਰਗ ਦੇ ਰਾਜ ਦੀ ਲੋੜ ਕਿਉਂ ਹੈ? ਅਜਿਹੇ ਬਹੁਤ ਸਾਰੇ ਲੋਕ ਹਨ ਜੋ ਸਵਰਗ ਦੇ ਰਾਜ ਦੀ ਲੋੜ ਮਹਿਸੂਸ ਕੀਤੇ ਬਿਨਾਂ ਇਸ ਧਰਤੀ ਉੱਤੇ ਜਿਉਂਦੇ ਹਨ। ਬਾਈਬਲ ਦੇ ਸਾਰੇ ਵਚਨ ਬੁੱਧੀ ਦੇ ਵਚਨ ਹਨ ਜੋ ਪਰਮੇਸ਼ਵਰ ਨੇ ਸਾਨੂੰ ਨਾ ਸਿਰਫ ਇਸ ਧਰਤੀ ਉੱਤੇ ਜੀਵਨ ਲਈ ਦਿੱਤੇ ਹਨ ਸਗੋਂ ਅਗਲੀ ਦੁਨੀਆ ਦੀ ਤਿਆਰੀ ਕਰਨ ਲਈ ਦਿੱਤੇ ਹਨ, ਹੈ ਨਾ? ਬਹੁਤ ਸਾਰੇ ਲੋਕ ਪੁੱਛਦੇ ਹਨ, ਇਸ ਧਰਤੀ ਉੱਤੇ ਜਿਉਂਦੇ ਹੋਏ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਕੇ ਕੀ ਪ੍ਰਾਪਤ ਕਰ ਸਕਦੇ ਹੋ? ਕੀ ਤੁਹਾਨੂੰ ਖਾਣਾ ਮਿਲਦਾ ਹੈ ਜਾਂ ਪੈਸਾ? ਬਹੁਤ ਸਾਰੇ ਲੋਕ ਅਜਿਹੇ ਮੰਦਭਾਗੇ ਸ਼ਬਦ ਕਹਿੰਦੇ ਹਨ, ਪਰ ਕੀ ਸਾਡਾ ਜੀਵਨ ਜਲਦੀ ਨਹੀਂ ਲੰਘ ਜਾਂਦਾ? ਕੀ ਅੱਖ ਝਪਕਦਿਆਂ ਹੀ ਇੱਕ ਸਾਲ ਨਹੀਂ ਲੰਘ ਜਾਂਦਾ? ਮੈਂ ਨਹੀਂ ਜਾਣਦਾ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਪਰ ਮੈਨੂੰ ਅਜਿਹਾ ਲੱਗਦਾ ਹੈ ਕਿ ਕੁਝ ਹੀ ਦਿਨ ਪਹਿਲਾਂ 1 ਜਨਵਰੀ ਨੂੰ ਨਵੇਂ ਸਾਲ ਦੇ ਦਿਨ ਅਸੀਂ ਪ੍ਰਾਰਥਨਾ ਸੇਵਾ ਕੀਤੀ ਸੀ। ਕਿਉਂਕਿ ਸਾਡਾ ਜੀਵਨ ਇੰਨੀ ਜਲਦੀ ਲੰਘ ਜਾਂਦਾ ਹੈ, ਇਸ ਲਈ ਕੁਝ ਲੋਕ ਸਿਰਫ ਇਸ ਬਾਰੇ ਸੋਚਦੇ ਹਨ ਕਿ ਆਪਣੀ ਰਿਟਾਇਰਮੈਂਟ ਦੀ ਤਿਆਰੀ ਕਿਵੇਂ ਕਰਨ। ਮੈਂ ਇੱਕ ਵਾਰ ਤੁਹਾਨੂੰ ਕਿਹਾ ਸੀ ਕਿ ਭਵਿੱਖ ਦੀ ਸੱਚੀ ਯੋਜਨਾ ਸਵਰਗ ਦੇ ਰਾਜ ਦੀ ਯੋਜਨਾ ਹੈ ਨਾ? ਆਪਣੇ ਭਵਿੱਖ ਲਈ ਸਹੀ ਯੋਜਨਾਵਾਂ ਬਣਾਉਣ ਲਈ ਸਾਨੂੰ ਪਹਿਲਾਂ ਸਵਰਗ ਦੇ ਰਾਜ ਲਈ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਇਸ ਲਈ ਸਾਨੂੰ ਪਰਮੇਸ਼ਵਰ ਜੀਵਨ ਦੀ ਤਿਆਰੀ ਕਰਾਉਣ ਲਈ ਪਰਮੇਸ਼ਵਰ ਖੁਦ ਇਸ ਧਰਤੀ ਉੱਤੇ ਆਈ ਅਤੇ ਸਾਨੂੰ ਨਵੇਂ ਨਿਯਮ ਦੀ ਸੱਚਾਈਆਂ ਦਾ ਮਾਰਗ ਸਿਖਾਇਆ। ਸਾਨੂੰ ਸਬਤ ਦੇ ਦਿਨ ਆਰਾਧਨਾ ਕਰਨੀ ਸਿਖਾ ਕੇ ਉਹਨਾਂ ਨੇ ਸਾਨੂੰ ਸੰਸਾਰ ਦੇ ਚਰਚਾ ਦੇ ਉਹਨਾਂ ਲੋਕਾਂ ਤੋਂ ਵੱਖ ਕੀਤਾ ਜੋ ਐਤਵਾਰ ਦੀ ਆਰਾਧਨਾ ਮਨਾਉਂਦੇ ਹਨ। ਪਰਮੇਸ਼ਵਰ ਨੇ ਸਾਨੂੰ ਪਸਾਹ ਵੀ ਸਿਖਾਇਆ ਹੈ ਤਾਂ ਜੋ ਅਸੀਂ ਉਹਨਾਂ ਲੋਕਾਂ ਤੋਂ ਅਲੱਗ ਹੋ ਸਕੀਏ ਜੋ ਕ੍ਰਿਸਮਸ ਮਨਾਉਂਦੇ ਹਨ। ਸਾਨੂੰ ਹੁਣ ਨਵੇਂ ਨਿਯਮ ਦੀ ਸੱਚਾਈ ਕਿਉਂ ਸਿੱਖਣੀ ਚਾਹੀਦੀ ਹੈ? ਸਾਨੂੰ ਇਸ ਬਾਰੇ ਸੋਚਣ ਦੀ ਲੋੜ ਹੈ। ਮੰਨ ਲਓ ਕਿ ਇੱਕ ਵਿਅਕਤੀ ਹੈ ਜਿਸ ਨੂੰ ਅੰਗਰੇਜ਼ੀ ਬਹੁਤ ਪਸੰਦ ਹੈ ਅਤੇ ਉਸਨੇ ਬਹੁਤ ਸਾਰੀ ਅੰਗਰੇਜ਼ੀ ਸਿੱਖੀ ਹੈ, ਪਰ ਉਹ ਜੀਵਨ ਭਰ ਸਿਰਫ ਕੋਰੀਆ ਵਿੱਚ ਹੀ ਰਹਿੰਦਾ ਹੈ। ਜੇਕਰ ਉਸਨੇ ਆਪਣੇ ਜੀਵਨ ਦੀ ਯੋਜਨਾ ਇਸ ਤਰ੍ਹਾਂ ਬਣਾਈ ਹੈ ਤਦ ਅੰਗਰੇਜ਼ੀ ਦਾ ਕੀ ਫਾਇਦਾ? ਉਸ ਦਾ ਸੁਪਨਾ ਅਮਰੀਕਾ ਜਾਂ ਹੋਰ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੀ ਯਾਤਰਾ ਕਰਨਾ ਜਾਂ ਉਹਨਾਂ ਦੇਸ਼ਾਂ ਨਾਲ ਵਪਾਰ ਕਰਨਾ ਹੋ ਸਕਦਾ ਹੈ। ਉਸ ਕੋਲ ਅੰਗਰੇਜ਼ੀ ਦਾ ਅਧਿਐਨ ਕਰਨ ਦੇ ਕੁਝ ਕਾਰਨ ਹੋਣੇ ਚਾਹੀਦੇ ਹਨ। ਉਸੇ ਤਰ੍ਹਾਂ ਅਸੀਂ ਪਰਮੇਸ਼ਵਰ ਦੇ ਰਾਜ ਦੇ ਨਵੇਂ ਨਿਯਮ ਨੂੰ ਸਿੱਖਦੇ ਹਾਂ। ਪਰਮੇਸ਼ਵਰ ਦੇ ਬਚਨ ਦੀ ਆਗਿਆਕਾਰੀਤਾ ਵਿੱਚ ਵਿਸ਼ਵਾਸ ਦਾ ਜੀਵਨ ਜਿਉਂਦੇ ਹਾਂ ਅਤੇ ਲਗਨ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਸਵਰਗ ਦੇ ਰਾਜ ਲਈ ਤਿਆਰੀ ਹੈ। ਦੁਨੀਆ ਵਿੱਚ ਹਰ ਕੋਈ ਇਸ ਦੀ ਤਿਆਰੀ ਨਹੀਂ ਕਰਦਾ। ਮੈਨੂੰ ਸਵਰਗ ਜਾਣਾ ਚਾਹੀਦਾ ਹੈ। ਸਿਰਫ ਉਹੀ ਜਿਨ੍ਹਾਂ ਕੋਲ ਦ੍ਰਿੜ ਇਰਾਦਾ ਹੈ ਬਾਈਬਲ ਦੀਆਂ ਵਿਧੀਆਂ ਅਤੇ ਵਿਵਸਥਾ ਦੀ ਪਾਲਣਾ ਕਰਦੇ ਹੋਏ ਨਵੇਂ ਨਿਯਮ ਅਤੇ ਬਾਈਬਲ ਦੀ ਸਿੱਖਿਆਵਾਂ ਨੂੰ ਸਿੱਖਣ ਲਈ ਦ੍ਰਿੜ ਇਰਾਦੇ ਹੋ ਸਕਦੇ ਹਨ, ਹੈ ਨਾ? ਸਾਡਾ ਜੀਵਨ ਬਹੁਤ ਛੋਟਾ ਹੈ। ਜਦੋਂ ਇਹ ਜੀਵਨ ਖਤਮ ਹੋ ਜਾਏ ਤਦ ਅਗਲੀ ਯੋਜਨਾ ਪਹਿਲਾਂ ਤੋਂ ਹੀ ਤਿਆਰ ਰਹਿਣੀ ਚਾਹੀਦੀ ਹੈ। ਪਰਮੇਸ਼ਵਰ ਨੇ ਕਿਹਾ ਕਿ ਮਨੁੱਖਾਂ ਲਈ ਇੱਕ ਵਾਰ ਮਰਨਾ ਅਤੇ ਉਸ ਤੋਂ ਬਾਅਦ ਨਿਆਂ ਦਾ ਹੋਣਾ ਨਿਯੁਕਤ ਹੈ। ਤਦ ਆਤਮਿਕ ਸੰਸਾਰ ਵਿੱਚ ਜੀਵਨ ਸ਼ੁਰੂ ਹੋਵੇਗਾ। ਉਸ ਸਮੇਂ ਤੁਹਾਨੂੰ ਅਤੇ ਮੈਨੂੰ ਕਿੱਥੇ ਜਾਣਾ ਚਾਹੀਦਾ ਹੈ? ਇਸ ਧਰਤੀ ਉੱਤੇ ਇੱਕ ਖੁਸ਼ਹਾਲ ਜੀਵਨ ਜਿਉਣ ਲਈ ਲੋਕ ਆਪਣੀ ਰਿਟਾਇਰਮੈਂਟ ਦੀ ਤਿਆਰੀ ਕਰਦੇ ਹਨ।
ਉਹ ਭੋਜਨ ਅਤੇ ਕੱਪੜੇ ਉੱਤੇ ਖਰਚ ਘੱਟ ਕਰਨ ਅਤੇ ਬੈਂਕ ਵਿੱਚ ਪੈਸੇ ਬਚਾਉਣ ਦੁਆਰਾ ਇੱਕ ਬੇਮਿਸਾਲ ਜੀਵਨ ਜਿਉਂਦੇ ਹਨ। ਸਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਜੋ ਲੋਕ ਅਮਰੀਕਾ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਇਸ ਦੀ ਤਿਆਰੀ ਕਰਨੀ ਚਾਹੀਦੀ ਹੈ। ਉਹਨਾਂ ਨੂੰ ਅੰਗਰੇਜ਼ੀ ਅਤੇ ਅਮਰੀਕਾ ਦੇ ਨਿਯਮਾਂ ਨੂੰ ਸਿੱਖਣਾ ਚਾਹੀਦਾ ਹੈ, ਜਿਵੇਂ ਕਿ ਸਟੀਅਰਿੰਗ ਵੀਲ ਖੱਬੇ ਪਾਸੇ ਹੈ ਜਾਂ ਸੱਜੇ ਪਾਸੇ ਹੈ, ਜਾਂ ਆਵਾਜਾਈ ਨੂੰ ਖੱਬੇ ਪਾਸੇ ਰੱਖਣਾ ਜਾਂ ਸੱਜੇ ਪਾਸੇ। ਜਦੋਂ ਮੈਂ ਯੂਕੇ ਗਿਆ ਤਦ ਸੜਕ ਦੇ ਖੱਬੇ ਪਾਸੇ ਇੱਕ ਕਾਰ ਨੂੰ ਚੱਲਦੇ ਦੇਖ ਕੇ ਮੈਂ ਹੈਰਾਨ ਰਹਿ ਗਿਆ। ਸਟੀਅਰਿੰਗ ਵੀਲ ਕਾਰ ਦੇ ਸੱਜੇ ਪਾਸੇ ਹੈ, ਇਸ ਲਈ ਕਾਰ ਖੱਬੇ ਪਾਸੇ ਰਹਿੰਦੀ ਹੈ। ਮੈਂ ਸੋਚਿਆ ਇਹ ਯੂਕੇ ਵਿੱਚ ਆਵਾਜਾਈ ਕਾਨੂੰਨ ਹੈ। ਕੋਰੀਆ ਵਿੱਚ ਵਾਹਨ ਸੱਜੇ ਪਾਸੇ ਰਹਿੰਦੇ ਹਨ, ਪਰ ਯੂਕੇ ਵਿੱਚ ਵਾਹਨ ਖੱਬੇ ਪਾਸੇ ਰਹਿੰਦੇ ਹਨ। ਕੀ ਇਹਨਾਂ ਸਾਰੇ ਨਿਯਮਾਂ ਨੂੰ ਪਹਿਲਾਂ ਤੋਂ ਸਿੱਖਣਾ ਸੁਵਿਧਾਜਨਕ ਨਹੀਂ ਹੈ? ਸਾਨੂੰ ਇਸ ਧਰਤੀ ਉੱਤੇ ਨਵਾਂ ਨਿਯਮ ਸਿੱਖਣਾ ਚਾਹੀਦਾ ਹੈ। ਪਿਤਾ ਦੇ ਵਚਨਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਮਾਤਾ ਦੇ ਵਚਨਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਇਹਨਾਂ ਚੀਜ਼ਾਂ ਨੂੰ ਕਰਨ ਨਾਲ ਅਸੀਂ ਸਵਰਗ ਦੇ ਰਾਜ ਵਿੱਚ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ ਕਿਸੇ ਵੀ ਅਸੁਵਿਧਾ ਦਾ ਅਨੁਭਵ ਨਹੀਂ ਕਰਾਂਗੇ। ਕਿ ਪਰਮੇਸ਼ਵਰ ਨੇ ਇਸ ਧਰਤੀ ਉੱਤੇ ਨਹੀਂ ਕਿਹਾ ਕੇਵਲ ਉਹੀ ਸਿਖਾਓ ਜੋ ਮੈਂ ਤੁਹਾਨੂੰ ਸਿਖਾਇਆ ਹੈ ਅਤੇ ਉਸ ਨੂੰ ਮੈਂਬਰਾਂ ਨੂੰ ਸੌਂਪੋ। ਸਾਨੂੰ ਆਪਣੇ ਵਿਚਾਰਾਂ ਨੂੰ ਨਹੀਂ ਜੋੜਨਾ ਚਾਹੀਦਾ। ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਦੇ ਰਾਜ ਵਿੱਚ ਜ਼ਿਆਦਾ ਵਿਚਾਰਾਂ ਦੀ ਕੋਈ ਲੋੜ ਨਹੀਂ ਹੈ। ਇਸ ਲਈ ਬਾਈਬਲ ਨੇ ਪਰਮੇਸ਼ਵਰ ਦੇ ਵਚਨ ਬਾਰੇ ਕੀ ਕਿਹਾ ਕਿ ਇਹ ਨਹੀਂ ਕਹਿੰਦਾ ਪਰਮੇਸ਼ਵਰ ਦੇ ਵਚਨਾਂ ਵਿੱਚ ਨਾ ਵਧਾਓ ਅਤੇ ਨਾ ਹੀ ਘਟਾਓ। ਆਓ ਅਸੀਂ ਮੱਤੀ ਅਧਿਆਇ 28 ਉੱਤੇ ਇੱਕ ਨਜ਼ਰ ਪਾਈਏ ਅਤੇ ਆਪਣੇ ਆਪ ਤੋਂ ਪੁੱਛੀਏ, ਜਦੋਂ ਅਸੀਂ ਪਰਮੇਸ਼ਵਰ ਦੀ ਸੱਚਾਈ ਦੀ ਵਿਵਸਥਾ ਦਾ ਕਾਨੂੰਨ ਦੀ ਪਾਲਣਾ ਕਰਦੇ ਹਾਂ ਤਦ ਅਸੀਂ ਸਦੀਪਕ ਸਵਰਗ ਰਾਜ ਵਿੱਚ ਕਿਉਂ ਪ੍ਰਵੇਸ਼ ਕਰ ਸਕਦੇ ਹਾਂ? ਤੁਹਾਨੂੰ ਉੱਤਰ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਹੈ। ਆਓ ਮੱਤੀ ਅਧਿਆਇ 28 ਉੱਤੇ ਜਾਈਏ ਅਤੇ ਮੱਤੀ ਅਧਿਆਇ 28 ਵਚਨ 18 ਦੀਆਂ ਸਿੱਖਿਆਵਾਂ ਨੂੰ ਇਕੱਠੇ ਪੜ੍ਹੀਏ। ਆਓ ਅਸੀਂ ਅਧਿਆਇ 28 ਵਚਨ 18 ਉੱਤੇ ਇੱਕ ਨਜ਼ਰ ਪਾਈਏ। ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਯਿਸੂ ਨੇ ਸਾਨੂੰ ਸਾਰੀਆਂ ਕੌਮਾਂ ਨੂੰ ਸਿਖਾਉਣ ਦਾ ਹੁਕਮ ਦਿੱਤਾ। ਸਾਨੂੰ ਉਹਨਾਂ ਨੂੰ ਕੀ ਮਨਾਉਣ ਲਈ ਸਿਖਾਉਣਾ ਚਾਹੀਦਾ ਹੈ? ਜੋ ਕੁਝ ਉਹਨਾਂ ਨੇ ਹੁਕਮ ਦਿੱਤਾ ਹੈ ਇਹ ਉਹੀ ਹੈ ਜਿਸ ਦੀ ਸਾਨੂੰ ਸਵਰਗ ਜਾਣ ਦੀ ਲੋੜ ਹੈ। ਪਿਤਾ ਅਤੇ ਮਾਤਾ ਜਾਣਦੇ ਹਨ ਕਿ ਜਦੋਂ ਅਸੀਂ ਸਵਰਗ ਜਾਵਾਂਗੇ ਤਦ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੋਵੇਗੀ। ਇਸ ਲਈ ਉਹਨਾਂ ਨੇ ਸਾਨੂੰ ਉਹ ਵਿਵਸਥਾ ਦਿੱਤੀਆਂ ਜਿਨ੍ਹਾਂ ਦੀ ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਸਵਰਗ ਵਿੱਚ ਲੋੜ ਹੈ। ਕੀ ਤੁਹਾਨੂੰ ਅਜਿਹਾ ਨਹੀਂ ਲੱਗਦਾ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੇ 22 ਵਚਨ 18 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 22 ਵਚਨ 18। ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਾਂਹ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਉਹ ਬਾਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ। ਅਤੇ ਜੋ ਕੋਈ ਇਸ ਅਗਾਂਹ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚ ਕੁਝ ਘਟਾਵੇ ਦਾ ਮਤਲਬ ਘਟਾਉਣਾ ਹੈ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਹਦਾ ਹਿੱਸਾ ਘਟਾਵੇਗਾ। ਬਾਈਬਲ ਕਹਿੰਦੀ ਹੈ ਵਚਨ ਵਿੱਚੋਂ ਕਦੇ ਨਾ ਵਧਾਉਣਾ ਅਤੇ ਨਾ ਕੁਝ ਘਟਾਉਣਾ। ਇਹ ਸਾਡੇ ਲਈ ਜੋ ਸਵਰਗ ਦੇ ਰਾਜ ਵਿੱਚ ਸਦਾ ਲਈ ਰਹਿਣਗੇ ਸ਼ਾਹੀ ਯਾਜਕ ਦੇ ਰੂਪ ਵਿੱਚ ਜਿਉਣ ਦੀ ਸਿੱਖਿਆ ਹੈ। ਤਾਂ ਸਾਨੂੰ ਅਸਲ ਵਿੱਚ ਬਾਈਬਲ ਦੀ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ ਨਾ? ਇਸ ਕਾਰਨ ਯੀਸ਼ੂ ਨੇ ਇਹ ਵੀ ਕਿਹਾ ਸਾਰੀ ਮਨੁੱਖ ਜਾਤੀ ਨੂੰ ਉਹ ਸਭ ਕੁਝ ਮੰਨਣਾ ਸਿਖਾਓ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਤੁਹਾਨੂੰ ਸਿਖਾਇਆ ਹੈ। ਇਸ ਤਰ੍ਹਾਂ ਪਰਮੇਸ਼ਰ ਨੇ ਸਿਰਫ ਉਹਨਾਂ ਲੋਕਾਂ ਲਈ ਮਾਰਗ ਖੋਲ੍ਹਿਆ ਹੈ ਜੋ ਇਹਨਾਂ ਸਾਰੀਆਂ ਸਿੱਖਿਆਵਾਂ ਦਾ ਸਹੀ ਤਰ੍ਹਾਂ ਪਾਲਣ ਕਰਦੇ ਹਨ ਤਾਂ ਜੋ ਉਹ ਸਦੀਪਕ ਸਵਰਗ ਰਾਜ ਵਿੱਚ ਵਾਪਸ ਆ ਸਕਣ। ਅਸੀਂ ਸਿਰਫ ਇਸ ਧਰਤੀ ਦੇ ਜੀਵਨ ਲਈ ਬਾਈਬਲ ਦਾ ਅਧਿਐਨ ਨਹੀਂ ਕਰਦੇ ਕਿਉਂਕਿ ਪਰਮੇਸ਼ਰ ਸਾਨੂੰ ਕਹਿੰਦੇ ਹਨ ਸਾਡਾ ਨਿੱਜ ਦੇਸ਼ ਸਵਰਗ ਵਿੱਚ ਹੈ। ਆਓ ਅਸੀਂ ਹਰ ਦਿਨ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰੀਏ ਜੋ ਸਵਰਗ ਦੇ ਰਾਜ ਦੇ ਯੋਗ ਹੋਵੇ। ਅੱਜ ਧਰਤੀ ਉੱਤੇ ਅਣਗਿਣਤ ਚਰਚ ਸਿਖਾਉਂਦੇ ਹਨ ਕਿ ਪਰਮੇਸ਼ਰ ਸਿਰਫ ਪਿਤਾ ਹਨ। ਉਹ ਇਹ ਵੀ ਸਿਖਾਉਂਦੇ ਹਨ ਕਿ ਸਵਰਗ ਦੇ ਰਾਜ ਵਿੱਚ ਮਾਤਾ ਪਰਮੇਸ਼ਰ ਦੀ ਮੌਜੂਦਗੀ ਨਹੀਂ ਹੈ। ਪਰ ਚਰਚ ਆਫ ਗੋਡ ਦੇ ਮੈਂਬਰ
ਇਹ ਕਹਿ ਕੇ ਪ੍ਰਚਾਰ ਕਰਦੇ ਹਨ, ਬਾਈਬਲ ਵਿੱਚ ਲਿਖਿਆ ਹੈ ਕਿ ਸਵਰਗ ਦੇ ਰਾਜ ਵਿੱਚ ਸਵਰਗੀ ਮਾਤਾ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਫਿਰ ਆਓ ਅਸੀਂ ਇਸ ਪ੍ਰਸ਼ਨ ਦਾ ਉੱਤਰ ਲੱਭੀਏ ਕਿ ਸਵਰਗੀ ਮਾਤਾ ਜੀ ਦੀ ਮੌਜੂਦਗੀ ਹੈ ਜਾਂ ਨਹੀਂ। ਅੱਜ ਆਓ ਬਾਈਬਲ ਦੇ ਵਚਨਾਂ ਦੀ ਇੱਕ ਇੱਕ ਕਰਕੇ ਜਾਂਚ ਕਰਦੇ ਹੋਏ ਇਸ ਮਾਮਲੇ ਨੂੰ ਡੂੰਘਾਈ ਨਾਲ ਦੇਖੀਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੇ 4 ਉੱਤੇ ਜਾਈਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੇ 4 ਵਚਨ 11 ਉੱਤੇ ਇੱਕ ਨਜ਼ਰ ਪਾਈਏ। ਪ੍ਰਕਾਸ਼ ਦੀ ਪੋਥੀ ਅਧਿਆਇ 4 ਵਚਨ 11। ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਰ, ਤੂੰ ਮਹਿਮਾ, ਮਾਣ ਅਤੇ ਸਮਰਥਾ ਲੈਣ ਦੇ ਯੋਗ ਹੈ। ਤੈਂ ਜੋ ਸਾਰੀਆਂ ਵਸਤਾਂ ਰਚੀਆਂ ਅਤੇ ਉਹ ਤੇਰੀ ਹੀ ਇੱਛਾ ਨਾਲ ਹੋਈਆਂ ਅਤੇ ਰਚੀਆਂ ਗਈਆਂ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਨੂੰ ਆਪਣੀ ਮਰਜ਼ੀ ਨਾਲ ਬਣਾਇਆ ਹੈ। ਜਦੋਂ ਉਹਨਾਂ ਨੇ ਉਹਨਾਂ ਨੂੰ ਬਣਾਇਆ ਤਦ ਉਹਨਾਂ ਕੋਲ ਉਹਨਾਂ ਲਈ ਕੁਝ ਉਦੇਸ਼ ਸੀ। ਉਹਨਾਂ ਨੇ ਹਰ ਚੀਜ਼ ਵਿੱਚ ਆਪਣੀ ਇੱਛਾ ਰੱਖੀ। ਭਾਵੇਂ ਧਰਤੀ ਬ੍ਰਹਿਮੰਡ ਵਿੱਚ ਇੱਕ ਛੋਟਾ ਜਿਹਾ ਤਾਰਾ ਹੈ ਜੋ ਰੇਤ ਦੇ ਇੱਕ ਦਾਣੇ ਤੋਂ ਵੀ ਛੋਟਾ ਹੈ, ਪਰ ਪਰਮੇਸ਼ਵਰ ਨੇ ਧਰਤੀ ਨੂੰ ਡੂੰਘੀ ਇੱਛਾ ਨਾਲ ਬਣਾਇਆ ਹੈ। ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਧਰਤੀ ਉੱਤੇ ਰਚੇ ਗਏ ਹਰੇਕ ਪ੍ਰਾਣੀ ਦੀ ਮੌਜੂਦਗੀ ਪਰਮੇਸ਼ਵਰ ਦੀ ਇੱਛਾ ਨਾਲ ਹੈ। ਅਜਿਹਾ ਕੋਈ ਜਾਨਵਰ ਨਹੀਂ ਹੈ, ਕੋਈ ਪੌਦਾ ਨਹੀਂ ਹੈ, ਆਕਾਸ਼ ਵਿੱਚ ਕੋਈ ਪੰਛੀ ਨਹੀਂ ਹੈ, ਸਮੁੰਦਰ ਵਿੱਚ ਕੋਈ ਮੱਛੀ ਨਹੀਂ ਹੈ ਅਤੇ ਅਜਿਹਾ ਕੋਈ ਵੀ ਮਨੁੱਖ ਨਹੀਂ ਹੈ ਜੋ ਕਦੇ ਵੀ ਪਰਮੇਸ਼ਵਰ ਦੀ ਇੱਛਾ ਤੋਂ ਬਿਨਾਂ ਰਚਿਆ ਗਿਆ ਹੋਵੇ। ਫਿਰ ਕੁਝ ਅਜਿਹਾ ਹੈ ਜੋ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਦੂਜੇ ਤਾਰਿਆਂ ਤੋਂ ਉਲਟ ਧਰਤੀ ਨੂੰ ਜੀਵਨ ਦਾ ਗ੍ਰਹਿ ਕਿਹਾ ਜਾਂਦਾ ਹੈ। ਆਓ ਅਸੀਂ ਜੀਵਨ ਬਾਰੇ ਸੋਚੀਏ। ਜਦੋਂ ਅਸੀਂ ਜੀਵਨ ਬਾਰੇ ਸੋਚਦੇ ਹਾਂ ਤਦ ਕੀ ਮਾਤਾ ਦੀ ਮੌਜੂਦਗੀ ਦੇ ਬਿਨਾਂ ਜੀਵਨ ਮੌਜੂਦ ਹੋ ਸਕਦਾ ਹੈ? ਨਹੀਂ, ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿੱਥੇ ਮਾਤਾ ਨਹੀਂ ਹੈ ਉੱਥੇ ਜੀਵਨ ਹੋ ਸਕਦਾ ਹੈ। ਇਸ ਤਰ੍ਹਾਂ ਜੀਵਨ ਦੀ ਕੁਦਰਤ ਨੂੰ ਕਿਸ ਨੇ ਬਣਾਇਆ? ਪਰਮੇਸ਼ਵਰ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ ਹੈ। ਸਾਡੇ ਸੂਰਜੀ ਮੰਡਲ ਵਿੱਚ ਧਰਤੀ ਗ੍ਰਹਿ ਤੋਂ ਇਲਾਵਾ ਹੋਰ ਕੋਈ ਗ੍ਰਹਿ ਨਹੀਂ ਹੈ ਜਿੱਥੇ ਜੀਵਨ ਮੌਜੂਦ ਹੈ। ਫਿਰ ਜਦੋਂ ਪਰਮੇਸ਼ਵਰ ਨੇ ਧਰਤੀ ਉੱਤੇ ਜੀਵਨ ਦੀ ਮੌਜੂਦਗੀ ਵਿੱਚ ਆਉਣ ਦਿੱਤਾ ਤਦ ਉਹਨਾਂ ਨੇ ਉੱਥੇ ਕਿਸ ਨੂੰ ਬਣਾਇਆ ਹੋਵੇਗਾ? ਉਹਨਾਂ ਨੇ ਧਰਤੀ ਉੱਤੇ ਇੱਕ ਮਾਤਾ ਨੂੰ ਬਣਾਇਆ ਹੋਵੇਗਾ। ਇੱਕ ਪਲ ਲਈ ਇਸ ਬਾਰੇ ਸੋਚੋ। ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਲਈ ਕਿ ਇੱਕ ਬਾਲਕ ਪੰਛੀ ਬਿਨਾਂ ਮਾਂ ਦੇ ਪੈਦਾ ਹੋ ਸਕਦਾ ਹੈ? ਮੈਂ ਨਹੀਂ ਜਾਣਦਾ ਕਿ ਪੰਛੀ ਲਈ ਬਾਲਕ ਸ਼ਬਦ ਲਾਗੂ ਕਰਨਾ ਉਚਿਤ ਹੈ ਜਾਂ ਨਹੀਂ, ਪਰ ਇਹ ਸਿਰਫ ਜੀਵਨ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਹੈ। ਸਮੁੰਦਰ ਵਿੱਚ ਮੱਛੀਆਂ ਬਾਰੇ ਕੀ? ਜੇਕਰ ਕੋਈ ਮਾਤਾ ਮੱਛੀ ਨਹੀਂ ਹੈ ਤਦ ਕੀ ਕੋਈ ਅਜਿਹਾ ਤਰੀਕਾ ਹੈ ਜਿਸ ਨਾਲ ਸਮੁੰਦਰ ਵਿੱਚ ਰਹਿਣ ਵਾਲੇ ਜੀਵ ਆਪਣੇ ਜੀਵਨ ਨੂੰ ਵਿਰਾਸਤ ਵਿੱਚ ਪ੍ਰਾਪਤ ਕਰ ਸਕਦੇ ਹਨ? ਨਹੀਂ, ਕੋਈ ਤਰੀਕਾ ਨਹੀਂ ਹੈ। ਉਹਨਾਂ ਸਾਰਿਆਂ ਦੀ ਇੱਕ ਮਾਤਾ ਹੋਣੀ ਚਾਹੀਦੀ ਹੈ। ਖੇਤ ਵਿੱਚ ਦੌੜਨ ਵਾਲੇ ਸਭ ਪ੍ਰਕਾਰ ਦੇ ਜਾਨਵਰਾਂ ਬਾਰੇ ਕੀ? ਜੇਕਰ ਉਹਨਾਂ ਦੀ ਮਾਤਾ ਨਾ ਹੁੰਦੀ ਤਦ ਉਹਨਾਂ ਦਾ ਕੀ ਹੁੰਦਾ? ਕਿ ਉਹਨਾਂ ਨੂੰ ਜੀਵਨ ਵਿਰਾਸਤ ਵਿੱਚ ਮਿਲਦਾ? ਬਿਲਕੁਲ ਨਹੀਂ। ਇਸ ਸੰਸਾਰ ਨੂੰ ਇਸ ਤਰ੍ਹਾਂ ਕਿਸ ਨੇ ਬਣਾਇਆ ਹੈ? ਬਾਈਬਲ ਕਹਿੰਦੀ ਹੈ ਪਰਮੇਸ਼ਵਰ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ। ਇਸ ਦਾ ਮਤਲਬ ਹੈ ਕਿ ਪਰਮੇਸ਼ਵਰ ਨੇ ਧਰਤੀ ਉੱਤੇ ਜੀਵਨ ਦੀ ਵਿਵਸਥਾ ਇਸ ਤਰ੍ਹਾਂ ਬਣਾਈ ਹੈ। ਪਰਮੇਸ਼ਵਰ ਸਰਬ ਸ਼ਕਤੀਮਾਨ, ਸਰਬ ਗਿਆਨੀ ਅਤੇ ਸਰਬ ਵਿਆਪਕ ਹਨ। ਉਹਨਾਂ ਨੇ ਮਾਵਾਂ ਦੇ ਬਿਨਾਂ ਪਿਤਾਵਾਂ ਨੂੰ ਜਨਮ ਦੇਣ ਦੀ ਯੋਗਤਾ ਕਿਉਂ ਨਹੀਂ ਦਿੱਤੀ? ਇਸ ਵਿੱਚ ਪਰਮੇਸ਼ਵਰ ਦੀ ਇੱਛਾ ਲੁਕੀ ਹੈ। ਇਬਰਾਨੀਆਂ ਦੇ 8 ਵਚਨ 5 ਅਨੁਸਾਰ ਇਸ ਧਰਤੀ ਉੱਤੇ ਜੋ ਕੁਝ ਹੈ ਉਹ ਸਵਰਗ ਦੀਆਂ ਵਸਤੂਆਂ ਦਾ ਪਰਛਾਵਾਂ ਹੈ। ਇਸ ਧਰਤੀ ਉੱਤੇ ਨਕਲ ਅਤੇ ਪਰਛਾਵੇਂ ਦੀ ਦੁਨੀਆ ਵਿੱਚ ਇੱਕ ਮਾਤਾ ਦੁਆਰਾ ਜੀਵਨ ਦਾ ਜਨਮ ਹੁੰਦਾ ਹੈ। ਫਿਰ ਆਤਮਿਕ ਜੀਵਨ ਦੇਣ ਲਈ ਅਸਲੀਅਤ ਦੀ ਦੁਨੀਆ ਸਵਰਗ ਵਿੱਚ ਕਿਸ ਦੀ ਮੌਜੂਦਗੀ ਹੋਣੀ ਚਾਹੀਦੀ ਹੈ? ਇਸ ਧਰਤੀ ਉੱਤੇ ਇੱਕ ਮਾਤਾ ਦੀ ਮੌਜੂਦਗੀ ਇਹ ਮੰਨਣਾ ਹੈ ਕਿ ਨਿਸ਼ਚਿਤ ਰੂਪ ਨਾਲ ਆਤਮਿਕ ਦੁਨੀਆ ਵਿੱਚ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਹੈ। ਕਿਉਂਕਿ ਲੋਕ ਪਰਮੇਸ਼ਵਰ ਦੀ ਸ੍ਰਿਸ਼ਟੀ ਦੇ ਇਸ ਸਿਧਾਂਤ ਨੂੰ ਸਮਝੇ ਬਿਨਾਂ ਬਾਈਬਲ ਦਾ ਅਧਿਐਨ ਕਰਦੇ ਹਨ, ਇਸ ਲਈ ਉਹ ਸੱਚ ਜੋ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ ਮਨੁੱਖ ਜਾਤੀ ਉੱਤੇ ਸਹੀ ਢੰਗ ਨਾਲ ਪ੍ਰਗਟ ਨਹੀਂ ਕੀਤਾ ਜਾ ਸਕਦਾ। ਸਗੋਂ ਇਹ ਦੁਨੀਆ ਮਾਤਾ ਪਰਮੇਸ਼ਵਰ ਬਾਰੇ ਸੱਚਾਈ ਦੀ ਨਿੰਦਾ ਕਰ ਰਹੀ ਹੈ ਅਤੇ ਮਨੁੱਖ ਜਾਤੀ ਨੂੰ ਸੱਚਾਈ ਦੇ ਰਾਹ ਉੱਤੇ ਚੱਲਣ ਤੋਂ ਰੋਕ ਰਹੀ ਹੈ। ਹਾਲਾਂਕਿ ਕਿਉਂਕਿ ਸਾਡੀ ਅੰਤਿਮ ਮੰਜ਼ਿਲ ਸਵਰਗ ਹੈ, ਇਸ ਲਈ ਸਦੀਪਕ ਸਵਰਗਰਾਜ ਦੇ ਆਉਣ ਤੇ ਅਸੀਂ ਇਹ ਸਮਝਣ ਵਿੱਚ ਸਫਲ ਹੋਵਾਂਗੇ ਕਿ ਪਰਮੇਸ਼ਵਰ ਨੇ ਸਾਨੂੰ ਪਿਤਾ ਪਰਮੇਸ਼ਵਰ, ਮਾਤਾ ਪਰਮੇਸ਼ਵਰ, ਨਵੇਂ ਨਿਯਮ ਦੇ ਪਸਾਹ ਅਤੇ ਸੱਚਾਈ ਬਾਰੇ ਕਿਉਂ ਸਿਖਾਇਆ ਹੈ।
ਬੇਸ਼ੱਕ ਸਾਨੂੰ ਹੁਣ ਇਹਨਾਂ ਸਾਰੀਆਂ ਸੱਚਾਈਆਂ ਦੀ ਲੋੜ ਹੈ, ਪਰ ਅਸਲ ਵਿੱਚ ਜਦੋਂ ਅਸੀਂ ਸਦੀਪਕ ਸਵਰਗ ਰਾਜ ਵਿੱਚ ਪਹੁੰਚਾਂਗੇ ਤਦ ਸਾਨੂੰ ਉਹਨਾਂ ਦੀ ਸਭ ਤੋਂ ਜ਼ਿਆਦਾ ਲੋੜ ਹੋਵੇਗੀ। ਜਦੋਂ ਅਸੀਂ ਸਵਰਗ ਵਿੱਚ ਪ੍ਰਵੇਸ਼ ਕਰੀਏ ਤਦ ਉਹਨਾਂ ਲੋਕਾਂ ਵਿਚਕਾਰ ਜੋ ਨਵੇਂ ਨੇਮ ਦੀ ਸੱਚਾਈ ਵਿੱਚ ਸੀ ਅਤੇ ਜੋ ਨਹੀਂ ਸੀ, ਅਤੇ ਉਹਨਾਂ ਵਿਚਕਾਰ ਜੋ ਸੱਚਾਈ ਦਾ ਪਾਲਣ ਕਰਦੇ ਸੀ ਅਤੇ ਜੋ ਕੁਧਰਮ ਦਾ ਪਾਲਣ ਕਰਦੇ ਸੀ, ਬਹੁਤ ਵੱਡਾ ਅੰਤਰ ਹੋਵੇਗਾ। ਇਸ ਲਈ ਪਰਮੇਸ਼ਰ ਕਹਿੰਦੇ ਹਨ, ਮੇਰੇ ਉੱਤੇ ਵਿਸ਼ਵਾਸ ਕਰੋ ਅਤੇ ਮੇਰੇ ਮਗਰ ਤੁਰੋ। ਪਰਮੇਸ਼ਰ ਕਹਿੰਦੇ ਹਨ, ਇਹ ਸਾਰੀ ਗੱਲਾਂ ਜੋ ਮੈਂ ਤੁਹਾਨੂੰ ਸਿਖਾਈਆਂ ਹਨ ਤੁਹਾਡੇ ਲਈ ਅਤੇ ਤੁਹਾਡੇ ਲਾਭ ਲਈ ਹਨ। ਕੀ ਉਹ ਇਸ ਤਰ੍ਹਾਂ ਉਹਨਾਂ ਦੀ ਪਾਲਣਾ ਕਰਨ ਦੀ ਮਹੱਤਤਾ ਨੂੰ ਪ੍ਰਗਟ ਨਹੀਂ ਕਰਦਾ? ਅੱਜ ਪ੍ਰਕਾਸ਼ ਦੀ ਪੋਥੀ ਦੇ 4:11 ਦੇ ਵਚਨਾਂ ਅਨੁਸਾਰ ਅਸੀਂ ਦੇਖ ਸਕਦੇ ਹਾਂ ਕਿ ਸਾਰੀਆਂ ਚੀਜ਼ਾਂ ਪਰਮੇਸ਼ਰ ਦੀ ਇੱਛਾ ਨਾਲ ਬਣਾਈਆਂ ਗਈਆਂ ਹਨ ਅਤੇ ਉਹ ਪਰਮੇਸ਼ਰ ਦੀ ਇੱਛਾ ਅਨੁਸਾਰ ਹਨ। ਜਦੋਂ ਪਰਮੇਸ਼ਰ ਨੇ ਜੀਵਨ ਦਾ ਗ੍ਰਹਿ ਧਰਤੀ ਨੂੰ ਬਣਾਇਆ ਤਦ ਉਹਨਾਂ ਨੇ ਸਾਰੀਆਂ ਜਿਉਂਦੀਆਂ ਚੀਜ਼ਾਂ ਨੂੰ ਉਹਨਾਂ ਦੀਆਂ ਮਾਵਾਂ ਦੁਆਰਾ ਜੀਵਨ ਪ੍ਰਾਪਤ ਕਰਨ ਦਿੱਤਾ। ਇਹ ਪਰਮੇਸ਼ਰ ਦੀ ਇੱਛਾ ਹੈ ਜੋ ਆਪਣੀ ਸੰਤਾਨਾਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਆਤਮਿਕ ਦੁਨੀਆ ਸਵਰਗ ਦੇ ਰਾਜ ਵਿੱਚ ਅਸੀਂ ਆਪਣੀ ਆਤਮਿਕ ਮਾਤਾ ਦੁਆਰਾ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਾਂ। ਆਓ ਅਸੀਂ ਮਤੀ ਦੇ 6 ਵਿੱਚ ਇਸ ਦ੍ਰਿਸ਼ ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਮਤੀ ਦੀ ਕਿਤਾਬ ਅਧਿਆਇ 6 ਵਚਨ 9 ਨੂੰ ਇਕੱਠੇ ਦੇਖੀਏ। ਅਧਿਆਇ 6 ਵਚਨ 9। हे ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਅਤੇ ਸਾਡੇ ਕਰਜ਼ ਸਾਨੂੰ ਮਾਫ ਕਰ, ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਹੈ, ਅਤੇ ਸਾਨੂੰ ਪ੍ਰਤਾਵੇ ਵਿੱਚ ਨਾ ਲਿਆ, ਸਗੋਂ ਬੁਰਾਈ ਤੋਂ ਬਚਾ। ਸਾਰੀ ਮਨੁੱਖ ਜਾਤੀ ਨੂੰ ਪ੍ਰਾਰਥਨਾ ਕਰਨ ਲਈ ਕਹਿੰਦੇ ਹੋਏ ਯੀਸ਼ੂ ਨੇ ਸਾਨੂੰ ਸਿਖਾਇਆ ਕਿ ਸਾਨੂੰ ਪਰਮੇਸ਼ਰ ਤੋਂ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪ੍ਰਭੂ ਦੀ ਪ੍ਰਾਰਥਨਾ ਵਿੱਚ ਇੱਕ ਮਹੱਤਵਪੂਰਨ ਸ਼ਬਦ ਪਿਤਾ ਹੈ। ਅਸੀਂ ਸਿਰਲੇਖ ਪਿਤਾ ਦੀ ਵਰਤੋਂ ਕਿੱਥੇ ਕਰਦੇ ਹਾਂ? ਇਹ ਕੰਪਨੀਆਂ ਵਿੱਚ ਜਾਂ ਸਰਕਾਰੀ ਦਫ਼ਤਰਾਂ ਵਿੱਚ ਵਰਤਿਆ ਜਾਣ ਵਾਲਾ ਸਿਰਲੇਖ ਨਹੀਂ ਹੈ। ਇਹ ਕੰਮ ਦੇ ਸਥਾਨਾਂ ਤੇ ਵੀ ਵਰਤਿਆ ਜਾਣ ਵਾਲਾ ਸਿਰਲੇਖ ਨਹੀਂ ਹੈ। ਅਸੀਂ ਇਸ ਸਿਰਲੇਖ ਦੀ ਵਰਤੋਂ ਕਿੱਥੇ ਕਰਦੇ ਹਾਂ? ਪਰਮੇਸ਼ਰ ਸਾਨੂੰ ਉਹਨਾਂ ਨੂੰ ਪਿਤਾ ਬੁਲਾਉਣ ਲਈ ਕਹਿੰਦੇ ਹਨ ਜੋ ਸਿਰਫ ਇੱਕ ਪਰਿਵਾਰ ਵਿੱਚ ਵਰਤਿਆ ਜਾਣ ਵਾਲਾ ਸਿਰਲੇਖ ਹੈ। ਆਓ ਅਸੀਂ ਵਚਨ 8 ਵਿੱਚ ਉਸ ਦ੍ਰਿਸ਼ ਨੂੰ ਸੰਖੇਪ ਵਿੱਚ ਦੇਖੀਏ। ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿੰਨਾ ਵਸਤਾਂ ਦੀ ਲੋੜ ਹੈ। ਯੀਸ਼ੂ ਨੇ ਆਪਣੇ ਚੇਲਿਆਂ ਤੇ ਸਾਰੀ ਮਨੁੱਖ ਜਾਤੀ ਨੂੰ ਪਰਮੇਸ਼ਰ ਨੂੰ ਪਿਤਾ ਕਹਿਣਾ ਸਿਖਾਇਆ। ਪਿਤਾ ਇੱਕ ਪਰਿਵਾਰ ਵਿੱਚ ਵਰਤਿਆ ਜਾਣ ਵਾਲਾ ਸਿਰਲੇਖ ਹੈ। ਡਿਕਸ਼ਨਰੀ ਵਿੱਚ ਆਓ ਅਸੀਂ ਪਿਤਾ ਸ਼ਬਦ ਦਾ ਅਰਥ ਲੱਭੀਏ ਜੋ ਇੱਕ ਪਰਿਵਾਰ ਵਿੱਚ ਵਰਤਿਆ ਜਾਣ ਵਾਲਾ ਸਿਰਲੇਖ ਹੈ। ਸ਼ਬਦ ਪਿਤਾ ਇੱਕ ਅਜਿਹੇ ਵਿਅਕਤੀ ਤੇ ਲਾਗੂ ਹੁੰਦਾ ਹੈ ਜਿਸ ਕੋਲ ਨਿਸ਼ਚਿਤ ਤੌਰ ਤੇ ਸੰਤਾਨ ਹੁੰਦੀ ਹੈ। ਕੀ ਤੁਸੀਂ ਸਹਿਮਤ ਨਹੀਂ ਹੋ? ਜੇਕਰ ਕਿਸੇ ਵਿਅਕਤੀ ਕੋਲ ਸੰਤਾਨ ਨਹੀਂ ਹੈ ਤਦ ਉਹ 50 ਜਾਂ 60 ਸਾਲ ਦਾ ਹੋਣ ਤੇ ਵੀ ਪਿਤਾ ਨਹੀਂ ਬਣ ਸਕਦਾ। ਕੀ ਤੁਸੀਂ ਸਹਿਮਤ ਨਹੀਂ ਹੋ? ਅਜਿਹਾ ਇਸ ਲਈ ਹੈ ਕਿਉਂਕਿ ਉਸ ਕੋਲ ਕੋਈ ਸੰਤਾਨ ਨਹੀਂ ਹੈ। ਇਸ ਲਈ ਜਦੋਂ ਪਰਮੇਸ਼ਵਰ ਪਿਤਾ ਦਾ ਸਿਰਲੇਖ ਹੈ ਤਦ ਅਸੀਂ ਇਹ ਮੰਨ ਸਕਦੇ ਹਾਂ ਕਿ ਆਤਮਿਕ ਸੰਤਾਨਾਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹੋਣੀਆਂ ਚਾਹੀਦੀਆਂ ਹਨ, ਹੈ ਨਾ? ਕੀ ਇਹ ਸਿਰਫ ਇੱਕ ਧਾਰਨਾ ਹੈ ਜਾਂ ਕਿ ਬਾਈਬਲ ਸੱਚਮੁੱਚ ਸਾਨੂੰ ਇਸ ਤਰ੍ਹਾਂ ਸਿਖਾਉਂਦੀ ਹੈ? ਬਾਈਬਲ ਸਾਨੂੰ ਇਹ ਸਿਖਾਉਂਦੀ ਹੈ। ਆਓ ਅਸੀਂ ਦੂਸਰਾ ਕੁਰਿੰਥੀਓ ਅਧਿਆਇ 6 ਵੱਲ ਜਾਈਏ ਅਤੇ ਅਧਿਆਇ 6 ਵਚਨ 17 ਨੂੰ ਇਕੱਠੇ ਪੜ੍ਹੀਏ। ਅਧਿਆਇ 6 ਵਚਨ 17। ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ, ਪ੍ਰਭੂ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ। ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਔਰ ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਕੀ ਹੋਵੋਗੇ? ਪੁੱਤਰ ਧੀਆਂ ਹੋਵੋਗੇ। ਇਹ ਬਚਨ ਸਰਬ ਸ਼ਕਤੀਮਾਨ ਪ੍ਰਭੂ ਦਾ ਹੈ। ਇਨ੍ਹਾਂ ਵਚਨਾਂ ਅਨੁਸਾਰ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਰ ਨੂੰ ਪਿਤਾ ਕਿਹਾ ਜਾਂਦਾ ਹੈ ਜੋ ਇੱਕ ਪਰਿਵਾਰ ਵਿੱਚ ਵਰਤਿਆ ਜਾਣ ਵਾਲਾ ਸਿਰਲੇਖ ਹੈ, ਅਤੇ ਜੋ ਲੋਕ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਨ ਉਹ ਉਹਨਾਂ ਦੀ ਸੰਤਾਨ, ਉਹਨਾਂ ਦੇ ਪੁੱਤਰ ਅਤੇ ਧੀਆਂ ਹਨ। ਇਸ ਤਰ੍ਹਾਂ ਸਿਯੋਨ ਦੇ ਸਾਡੇ ਪਰਿਵਾਰ ਦੇ ਸਾਰੇ ਮੈਂਬਰਸ ਪਰਮੇਸ਼ਰ ਦੇ ਪੁੱਤਰ ਅਤੇ ਧੀਆਂ ਹਨ। ਜੇਕਰ ਇੱਕ ਪਿਤਾ ਦੀ ਮੌਜੂਦਗੀ ਹੈ ਅਤੇ ਉਹਨਾਂ ਦੇ ਪੁੱਤਰ ਅਤੇ ਧੀਆਂ ਹਨ ਤਦ ਪੁੱਤਰਾਂ ਅਤੇ ਧੀਆਂ ਨੂੰ ਜੀਵਨ ਕਿਸ ਨੇ ਦਿੱਤਾ? ਸਾਡਾ ਸਰੀਰਕ ਜੀਵਨ ਸਾਨੂੰ ਸਾਡੀਆਂ ਸਰੀਰਕ ਮਾਵਾਂ ਦੁਆਰਾ ਦਿੱਤਾ ਗਿਆ ਹੈ।
ਫਿਰ ਅਸੀਂ ਕਿਸ ਦੇ ਦੁਆਰਾ ਆਤਮਿਕ ਜੀਵਨ, ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਾਂ? ਕਿ ਸਾਨੂੰ ਆਤਮਿਕ ਜੀਵਨ ਦੇਣ ਵਾਲਾ ਕੋਈ ਨਹੀਂ ਹੋਣਾ ਚਾਹੀਦਾ? ਜੇਕਰ ਇਸ ਧਰਤੀ ਉੱਤੇ ਮਾਤਾ ਨਾ ਹੋਵੇ ਤਦ ਸਰੀਰਕ ਜੀਵਨ ਨਹੀਂ ਦਿੱਤਾ ਜਾ ਸਕਦਾ। ਧਰਤੀ ਨੂੰ ਇਸ ਕਾਰਨ ਜੀਵਨ ਦਾ ਗ੍ਰਹਿ ਕਿਹਾ ਜਾਂਦਾ ਹੈ ਕਿਉਂਕਿ ਇਸ ਧਰਤੀ ਉੱਤੇ ਮਾਵਾਂ ਹਨ। ਸਮੁੰਦਰ ਵਿੱਚ ਮੱਛੀਆਂ ਕੋਲ ਉਹਨਾਂ ਦੀਆਂ ਮਾਵਾਂ ਹੁੰਦੀਆਂ ਹਨ। ਆਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਕੋਲ ਉਹਨਾਂ ਦੀਆਂ ਮਾਵਾਂ ਹੁੰਦੀਆਂ ਹਨ ਅਤੇ ਖੇਤਾਂ ਵਿੱਚ ਦੌੜਨ ਵਾਲੇ ਜਾਨਵਰਾਂ ਕੋਲ ਵੀ ਉਹਨਾਂ ਦੀਆਂ ਮਾਵਾਂ ਹੁੰਦੀਆਂ ਹਨ। ਫਿਰ ਕੀ ਮਾਵਾਂ ਸਿਰਫ ਜਾਨਵਰਾਂ ਦੀਆਂ ਦੁਨੀਆ ਵਿੱਚ ਮੌਜੂਦ ਹਨ? ਜੇਕਰ ਮਾਤਾ ਨਾ ਹੋਵੇ ਤਦ ਕੀ ਪੌਦਿਆਂ ਦੀ ਦੁਨੀਆ ਦੀ ਮੌਜੂਦਗੀ ਹੋ ਸਕਦੀ ਹੈ? ਉਸ ਦੀ ਮੌਜੂਦਗੀ ਨਹੀਂ ਹੋ ਸਕਦੀ। ਜੀਵਨ ਦੀ ਦੁਨੀਆ ਵਿੱਚ ਮਾਤਾ ਦੀ ਮੌਜੂਦਗੀ ਹੋਣੀ ਹੀ ਚਾਹੀਦੀ ਹੈ। ਫਿਰ ਕੀ ਇਹ ਸਾਡਾ ਬਣਾਇਆ ਹੋਇਆ ਇੱਕ ਅਜੀਬ ਤਰਕ ਹੈ ਜਾਂ ਉਹ ਸਿੱਖਿਆ ਹੈ ਜੋ ਪਰਮੇਸ਼ਰ ਨੇ ਬਾਈਬਲ ਵਿੱਚ ਦਿੱਤੀ ਹੈ ਕਿ ਸਾਨੂੰ ਇਹ ਨਹੀਂ ਜਾਣਨਾ ਚਾਹੀਦਾ? ਅਸੀਂ ਸਪਸ਼ਟ ਤੌਰ ਤੇ ਸਮਝ ਸਕਦੇ ਹਾਂ ਕਿ ਇਹ ਪਰਮੇਸ਼ਰ ਦੀ ਸਿੱਖਿਆ ਹੈ। ਫਿਰ ਸਾਰੇ ਚਰਚ ਜੋ ਦਾਅਵਾ ਕਰਦੇ ਹਨ ਕਿ ਮਾਤਾ ਪਰਮੇਸ਼ਰ ਨਹੀਂ ਹੈ, ਝੂਠੇ ਚਰਚ ਹਨ। ਉਹ ਸਦੀਪਕ ਸਵਰਗ ਰਾਜ ਦੀ ਨਾਗਰਿਕਤਾ ਜਾਂ ਉਸ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਸ ਦਾ ਪਰਮੇਸ਼ਰ ਨੇ ਵਾਅਦਾ ਕੀਤਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪ੍ਰਕਾਸ਼ ਦੀ ਪੋਥੀ ਦੇ 22 ਵਚਨ 18 ਵਿੱਚ ਇਹ ਕਹਿੰਦਾ ਹੈ, ਜੇਕਰ ਕੋਈ ਪਰਮੇਸ਼ਰ ਦੀਆਂ ਸਿੱਖਿਆਵਾਂ ਵਿੱਚ ਕੁਝ ਵਧਾਉਂਦਾ ਹੈ ਤਦ ਉਸ ਉੱਤੇ ਬਿਪਤਾਵਾਂ ਹੋਣਗੀਆਂ। ਜੇਕਰ ਕੋਈ ਪਰਮੇਸ਼ਰ ਦੀ ਸਿੱਖਿਆਵਾਂ ਵਿੱਚ ਕੁਝ ਘਟਾਉਂਦਾ ਹੈ ਤਦ ਸਵਰਗ ਵਿੱਚ ਪ੍ਰਵੇਸ਼ ਕਰਨ ਅਤੇ ਪਵਿੱਤਰ ਨਗਰ ਵਿੱਚ ਹਿੱਸਾ ਲੈਣ ਦਾ ਵਿਸ਼ੇਸ਼ ਅਧਿਕਾਰ ਉਸ ਤੋਂ ਖੋਹ ਲਿਆ ਜਾਵੇਗਾ। ਇਸ ਲਈ ਸਾਨੂੰ ਸਪਸ਼ਟ ਤੌਰ ਤੇ ਪਤਾ ਲਗਾਉਣਾ ਚਾਹੀਦਾ ਹੈ ਕਿ ਸਵਰਗੀ ਮਾਤਾ ਜੀ ਦੀ ਮੌਜੂਦਗੀ ਹੈ ਜਾਂ ਨਹੀਂ। ਇਹ ਸਿੱਖਿਆ ਸਿਰਫ ਇਸ ਗੱਲ ਉੱਤੇ ਕੇਂਦਰਿਤ ਨਹੀਂ ਹੈ ਕਿ ਸਵਰਗੀ ਮਾਤਾ ਜੀ ਦੀ ਮੌਜੂਦਗੀ ਹੈ ਜਾਂ ਨਹੀਂ। ਇਹ ਇਸ ਤੱਥ ਉੱਤੇ ਵੀ ਧਿਆਨ ਕੇਂਦਰਿਤ ਕਰਦੀ ਹੈ ਕਿ ਉਹ ਸਾਡੀ ਮੁਕਤੀ ਲਈ ਸਭ ਤੋਂ ਮਹੱਤਵਪੂਰਨ ਕਾਰਕ ਹੈ। ਪਰਮੇਸ਼ਰ ਨੂੰ ਪਿਤਾ ਕਹੇ ਜਾਣ ਦਾ ਸਭ ਤੋਂ ਤਰਕਸੰਗਤ ਕਾਰਨ ਇਹ ਹੈ ਕਿ ਮਾਤਾ ਤੋਂ ਬਿਨਾਂ ਪਿਤਾ ਦੀ ਮੌਜੂਦਗੀ ਨਹੀਂ ਹੋ ਸਕਦੀ। ਕਿ ਇਹ ਪਿਤਾ ਸ਼ਬਦ ਦਾ ਅਰਥ ਨਹੀਂ ਹੈ? ਫਿਰ ਕੀ ਸਾਨੂੰ ਬਾਈਬਲ ਰਾਹੀਂ ਪਰਮੇਸ਼ਰ ਦੀ ਇੱਛਾ ਦੀ ਪੁਸ਼ਟੀ ਕਰਨ ਦੀ ਲੋੜ ਨਹੀਂ ਹੈ? ਆਓ ਅਸੀਂ ਉਤਪਤ ਅਧਿਆਇ 1 ਉੱਤੇ ਜਾਈਏ। ਭਾਵੇਂ ਇਸ ਧਰਤੀ ਉੱਤੇ ਸਾਡਾ ਭਵਿੱਖ ਅਤੇ ਖੁਸ਼ਹਾਲ ਜੀਵਨ ਦੀ ਤਿਆਰੀ ਕਰਨਾ ਜ਼ਰੂਰੀ ਹੈ, ਪਰ ਸਵਰਗ ਦੇ ਰਾਜ ਦੀ ਤਿਆਰੀ ਕਰਨਾ ਹੋਰ ਵੀ ਜ਼ਰੂਰੀ ਹੈ। ਆਓ ਅਸੀਂ ਸਵਰਗ ਦੇ ਰਾਜ ਲਈ ਚੰਗੀ ਤਰ੍ਹਾਂ ਤਿਆਰੀ ਕਰੀਏ ਤਾਂ ਜੋ ਸਿਓਨ ਦੇ ਪਰਿਵਾਰ ਦੇ ਸਾਰੇ ਮੈਂਬਰ ਇੱਕ ਖੁਸ਼ਹਾਲ ਭਵਿੱਖ ਜੀ ਸਕਣ ਅਤੇ ਸੋਹਣੇ ਸਵਰਗ ਦੇ ਰਾਜ ਦਾ ਵੀ ਆਨੰਦ ਵੀ ਮਾਣ ਸਕਣ। ਆਓ ਅਸੀਂ ਉਤਪਤ ਅਧਿਆਇ 1 ਵਚਨ 26 ਉੱਤੇ ਜਾਈਏ। ਤਾਂ ਪਰਮੇਸ਼ਰ ਨੇ ਆਖਿਆ, ਉਹ ਕੀ ਬਣਾਉਣ ਜਾ ਰਹੇ ਹਨ ਕਿ ਅਸੀਂ ਆਦਮੀ ਨੂੰ ਆਪਣੇ ਸਵਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਜੇਕਰ ਪਿਤਾ ਪਰਮੇਸ਼ਰ ਨੇ ਇਕੱਲੇ ਸਾਰੀ ਮਨੁੱਖ ਜਾਤੀ, ਆਕਾਸ਼ ਅਤੇ ਧਰਤੀ ਅਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਣਾਇਆ ਹੈ ਤਦ ਅਸੀਂ ਸ਼ਬਦ ਸਹੀ ਨਹੀਂ ਹੋਵੇਗਾ। ਹਾਲਾਂਕਿ ਪਰਮੇਸ਼ਰ ਨੇ ਇਸ ਸ਼ਬਦ ਦੀ ਵਰਤੋਂ ਕੀਤੀ, ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਹਰ ਆਪਣੇ ਵਰਗਾ ਬਣਾਈਏ। ਜੇਕਰ ਸਿਰਫ ਇੱਕ ਹੀ ਪਰਮੇਸ਼ਰ ਹਨ ਤਦ ਕੀ ਇਹ ਕਹਿਣਾ ਸਹੀ ਨਹੀਂ ਹੋਵੇਗਾ, ਮੈਂ ਆਦਮੀ ਨੂੰ ਬਣਾਵਾਂਗਾ? ਤਾਂ ਪਰਮੇਸ਼ਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਹਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ, ਸਾਰੇ ਧਰਤੀਪੁਰ, ਸਾਰੇ ਇਸ ਕਿਰਸਣ ਵਾਲਿਆਂ ਉੱਤੇ ਰਾਜ ਕਰਨ। ਆਓ ਅਸੀਂ ਵਚਨ 27 ਨਾਲ ਜਾਰੀ ਰੱਖੀਏ। ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਉਹਨਾਂ ਨੇ ਕਿਸ ਨੂੰ ਉਤਪਤ ਕੀਤਾ? ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਨਰ ਅਤੇ ਨਾਰੀ ਪਰਮੇਸ਼ਰ ਦੇ ਸਰੂਪ ਵਿੱਚ ਬਣਾਏ ਗਏ ਸੀ। ਇੱਥੇ ਪਰਮੇਸ਼ਰ ਨੇ ਆਪਣੇ ਆਪ ਨੂੰ ਅਸੀਂ ਦੇ ਰੂਪ ਵਿੱਚ ਦਰਸਾਇਆ। ਜਦੋਂ ਪਰਮੇਸ਼ਰ ਨੇ ਨਰ ਅਤੇ ਨਾਰੀ ਨੂੰ ਬਣਾਇਆ ਤਦ ਉਹਨਾਂ ਨੇ ਕਿਹਾ, ਅਸੀਂ ਉਹਨਾਂ ਨੂੰ ਆਪਣੇ ਸਰੂਪ ਵਿੱਚ ਬਣਾਈਏ। ਪਰਮੇਸ਼ਰ ਨੇ ਇਹ ਨਹੀਂ ਕਿਹਾ, ਮੈਂ ਉਹਨਾਂ ਨੂੰ ਮੇਰੇ ਸਰੂਪ ਵਿੱਚ ਬਣਾਵਾਂਗਾ, ਸਗੋਂ ਉਹਨਾਂ ਨੇ ਕਿਹਾ, ਅਸੀਂ ਉਹਨਾਂ ਨੂੰ ਆਪਣੇ ਸਰੂਪ ਵਿੱਚ ਬਣਾਈਏ। ਤਦ ਨਰ ਅਤੇ ਨਾਰੀ ਨੂੰ ਪਰਮੇਸ਼ਰ ਦੇ ਸਰੂਪ ਵਿੱਚ ਬਣਾਇਆ ਗਿਆ ਸੀ। ਜੇਕਰ ਨਰ ਅਤੇ ਨਾਰੀ ਪਰਮੇਸ਼ਰ ਦੇ ਸਰੂਪ ਵਿੱਚ ਬਣਾਏ ਗਏ ਸੀ ਤਦ ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਪਰਮੇਸ਼ਰ ਦੇ ਸਰੂਪ ਦੀ ਨਕਲ ਹੈ? ਫਿਰ ਅਸੀਂ ਇੱਕ ਕਾਪੀ ਮਸ਼ੀਨ ਦੇ ਸਿਧਾਂਤ ਬਾਰੇ ਸੋਚ ਸਕਦੇ ਹਾਂ। ਜੇਕਰ ਤੁਸੀਂ ਕਾਪੀ ਮਸ਼ੀਨ ਦੇ ਸਿਧਾਂਤ ਬਾਰੇ ਸੋਚੋ ਤਦ ਭਾਵੇਂ ਤੁਸੀਂ ਅਸਲ ਚਿੱਤਰ ਨੂੰ ਨਾ ਜਾਣਦੇ ਹੋਵੋ, ਪਰ ਤੁਸੀਂ ਸਿਰਫ ਪ੍ਰਿੰਟ ਆਊਟ ਨੂੰ ਦੇਖ ਕੇ ਦੱਸ ਸਕਦੇ ਹੋ ਕਿ ਅਸਲ ਚਿੱਤਰ ਕੀ ਹੈ। ਕਾਪੀ ਮਸ਼ੀਨ ਦਾ ਇਹ ਸਿਧਾਂਤ ਪਰਮੇਸ਼ਰ ਦੀ ਰਚਨਾ ਵਾਂਗ ਹੈ। ਜਦੋਂ ਪਰਮੇਸ਼ਰ ਨੇ ਮਨੁੱਖ ਨੂੰ ਬਣਾਇਆ ਤਦ ਨਰ ਅਤੇ ਨਾਰੀ ਬਣਾਏ ਗਏ। ਫਿਰ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਰ ਦੇ ਸਰੂਪ ਵਿੱਚ ਨਰ ਸਰੂਪ ਹੋਣੇ ਚਾਹੀਦੇ ਹਨ ਅਤੇ ਨਾਰੀ ਸਰੂਪ ਹੋਣੇ ਚਾਹੀਦਾ ਹੈ।
ਹੈ ਨਾ। ਮਨੁੱਖ ਜਾਤੀ ਪਰਮੇਸ਼ਵਰ ਦੇ ਨਰ ਸਰੂਪ ਨੂੰ ਪਿਤਾ ਪਰਮੇਸ਼ਵਰ ਕਹਿੰਦੀ ਆਈ ਹੈ। ਫਿਰ ਸਾਨੂੰ ਪਰਮੇਸ਼ਵਰ ਨੂੰ ਕੀ ਕਹਿਣਾ ਚਾਹੀਦਾ ਹੈ ਜਿਨ੍ਹਾਂ ਕੋਲ ਨਾਰੀ ਸਰੂਪ ਹੈ। ਇਸ ਕਾਰਨ ਸੁਦੀਪਕ ਜੀਵਨ ਜਿਸ ਦਾ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਉਸ ਥਾਂ ਉਤੇ ਨਹੀਂ ਦਿੱਤਾ ਜਾ ਸਕਦਾ ਜਿੱਥੇ ਮਾਤਾ ਪਰਮੇਸ਼ਵਰ ਮੌਜੂਦ ਨਹੀਂ ਹੈ। ਜਦੋਂ ਪਰਮੇਸ਼ਵਰ ਨੇ ਸਾਰੀਆਂ ਚੀਜ਼ਾਂ ਨੂੰ ਬਣਾਇਆ ਤਦ ਉਹ ਇਕੱਲੇ ਪਿਤਾ ਨੂੰ ਆਪਣੀ ਸੰਤਾਨ ਨੂੰ ਜਨਮ ਦੇਣ ਅਤੇ ਉਹਨਾਂ ਦੀ ਪਰਵਰਿਸ਼ ਕਰਨ ਦੇ ਸਕਦੇ ਸੀ, ਕਿਉਂਕਿ ਪਰਮੇਸ਼ਵਰ ਸਰਵ ਸ਼ਕਤੀਮਾਨ ਹਨ। ਹਾਲਾਂਕਿ ਕਿਸੇ ਕਾਰਨ ਤੋਂ ਉਹਨਾਂ ਨੇ ਇਕੱਲੇ ਪਿਤਾ ਨੂੰ ਜੀਵਨ ਦੇਣ ਨਹੀਂ ਦਿੱਤਾ। ਸਾਨੂੰ ਇਹ ਸਿਖਾਉਣ ਲਈ ਕਿ ਸਵਰਗ ਦੇ ਰਾਜ ਵਿੱਚ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਹੈ। ਪਰਮੇਸ਼ਵਰ ਨੇ ਨਾ ਸਿਰਫ ਇੱਕ ਪਿਤਾ ਨੂੰ ਬਲਕਿ ਹਰੇਕ ਪਰਿਵਾਰ ਵਿੱਚ ਇੱਕ ਮਾਤਾ ਨੂੰ ਵੀ ਰੱਖਿਆ ਜੋ ਸੰਤਾਨਾਂ ਨੂੰ ਜੀਵਨ ਦਿੰਦੀ ਹੈ। ਇਸ ਤਰ੍ਹਾਂ ਸੁਦੀਪਕ ਸਵਰਗ ਦੇ ਰਾਜ ਵਿੱਚ ਨਾ ਕੇਵਲ ਸਾਡੇ ਪਿਤਾ ਹਨ ਬਲਕਿ ਹੋਰ ਕੌਣ ਹੋਣਾ ਚਾਹੀਦਾ ਹੈ? ਸਾਡੀ ਮਾਤਾ ਜੋ ਸਵਰਗ ਵਿੱਚ ਹੈ। ਬਾਈਬਲ ਨਿਸ਼ਚਿਤ ਤੌਰ ਤੇ ਸਾਨੂੰ ਸਿਖਾਉਂਦੀ ਹੈ ਕਿ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਹੈ। ਫਿਰ ਗਲਾਤੀਆ ਅਧਿਆਇ 4 ਵਿੱਚ ਜਾ ਕੇ ਆਓ ਅਸੀਂ ਦੇਖੀਏ ਕਿ ਮਾਤਾ ਪਰਮੇਸ਼ਵਰ ਦਾ ਜ਼ਿਕਰ ਸਿਰਫ ਉਤਪਤ ਅਧਿਆਇ 1 ਵਿੱਚ ਹੀ ਨਹੀਂ ਕੀਤਾ ਗਿਆ ਹੈ। ਆਓ ਅਸੀਂ ਗਲਾਤੀਆ ਅਧਿਆਇ 4 ਵਚਨ 26 ਉੱਤੇ ਇੱਕ ਨਜ਼ਰ ਪਾਈਏ। ਗਲਾਤੀਆ ਅਧਿਆਇ 4 ਵਚਨ 26 ਵਿੱਚ ਇਹ ਕਹਿੰਦਾ ਹੈ, ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਯਰੂਸ਼ਲਮ ਜੋ ਉੱਪਰ ਹੈ ਦਾ ਅਰਥ ਹੈ ਯਰੂਸ਼ਲਮ ਜੋ ਸਵਰਗ ਵਿੱਚ ਹੈ। ਸਵਰਗ ਦੀ ਯਰੂਸ਼ਲਮ ਆਜ਼ਾਦ ਹੈ ਅਤੇ ਉਹ ਕੌਣ ਹੈ? ਕੁਝ ਲੋਕ ਇਹ ਕਹਿੰਦੇ ਹੋਏ ਬਹਾਨੇ ਬਣਾਉਂਦੇ ਹਨ ਕਿ ਇਹ ਸਿਰਫ ਇੱਕ ਖਾਸ ਭਾਸ਼ਾ ਵਿੱਚ ਹੈ। ਮੂਲ ਯੂਨਾਨੀ ਬਾਈਬਲ ਵਿੱਚ ਇਸ ਨੂੰ ਸਾਡੀ ਮਾਤਾ ਦੇ ਰੂਪ ਵਿੱਚ ਲਿਖਿਆ ਗਿਆ ਹੈ। ਸ਼ਬਦ ਸਾਡੀ ਮਾਤਾ ਅੰਗਰੇਜ਼ੀ ਬਾਈਬਲ ਵਿੱਚ ਵੀ ਦਰਜ ਹੈ। ਇਸ ਨੂੰ ਸਪੈਨਿਸ਼ ਬਾਈਬਲ ਵਿੱਚ ਵੀ ਸਾਡੀ ਮਾਤਾ ਦੇ ਰੂਪ ਵਿੱਚ ਲਿਖਿਆ ਗਿਆ ਹੈ। ਪਰਮੇਸ਼ਰ ਸਾਨੂੰ ਸਿਖਾਉਂਦੇ ਹਨ ਕਿ ਪੂਰੀ ਬਾਈਬਲ ਵਿੱਚ ਮਾਤਾ ਪਰਮੇਸ਼ਰ ਦੀ ਮੌਜੂਦਗੀ ਹੈ। ਸਾਨੂੰ ਇਸ ਤੱਥ ਤੋਂ ਜਾਣੂ ਕਰਵਾਉਣ ਲਈ ਕਿ ਮਾਤਾ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। ਜਦੋਂ ਪਰਮੇਸ਼ਰ ਨੇ ਧਰਤੀ ਸਭ ਕੁਝ ਬਣਾਇਆ ਤਦ ਭਾਵੇਂ ਉਹ ਇੱਕ ਜਾਨਵਰ ਹੋਵੇ ਜਾਂ ਇੱਕ ਪੌਦਾ, ਪਰਮੇਸ਼ਰ ਨੇ ਉਹ ਸਭ ਕੁਝ ਅਜਿਹਾ ਬਣਾਇਆ ਜਿਸ ਵਿੱਚ ਮਾਤਾ ਦੁਆਰਾ ਜੀਵਨ ਦੀ ਮੌਜੂਦਗੀ ਹੋਵੇ। ਆਓ ਅਸੀਂ ਰੋਮੀਓ ਅਧਿਆਇ 1 ਵਚਨ 19 ਦੇਖੀਏ। ਰੋਮੀਓ ਅਧਿਆਇ 1 ਵਚਨ 19, ਕਿਉਂ ਜੋ ਪਰਮੇਸ਼ਰ ਦੇ ਵਿਖੇ ਜੋ ਕੁਝ ਮਾਲੂਮ ਹੋ ਸਕਦਾ ਹੈ ਸੋ ਉਹਨਾਂ ਵਿੱਚ ਪ੍ਰਕਾਸ਼ ਹੈ। ਇਸ ਲਈ ਜੋ ਪਰਮੇਸ਼ਰ ਨੇ ਉਹਨਾਂ ਉੱਤੇ ਉਸ ਨੂੰ ਪ੍ਰਗਟ ਕੀਤਾ। ਆਓ ਅਸੀਂ ਵਚਨ ਵੀ ਨਾ ਜਾਰੀ ਰੱਖੀਏ, ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹਨਾਂ ਦਾ ਅਨਿੱਟ ਸੁਭਾਅ ਅਰਥਾਤ ਉਹਦੀ ਅਨਾਦਿ ਸਮਰਥਾ ਅਤੇ ਈਸ਼ਵਰਤਾਈ ਉਹਦੀ ਰਚਨਾ ਤੋਂ ਚੰਗੀ ਤਰ੍ਹਾਂ ਦਿਸ ਪੈਂਦੀ ਹੈ, ਜਿਸ ਕਰਕੇ ਉਹਨਾਂ ਦੇ ਲਈ ਕੋਈ ਉਜਰ ਨਹੀਂ ਹੈ। ਪਰਮੇਸ਼ਰ ਨੇ ਆਪਣੀ ਅਣਡਿੱਠੀ ਈਸ਼ਵਰਤਾਈ ਨੂੰ ਇਸ ਧਰਤੀ ਉੱਤੇ ਪਰਮੇਸ਼ਰ ਦੇ ਸਾਰੇ ਜੀਵਾਂ ਵਿੱਚ ਪਾ ਦਿੱਤਾ। ਫਿਰ ਅਸੀਂ ਸ੍ਰਿਸ਼ਟੀ ਵਿੱਚ ਬਣਾਈਆਂ ਗਈਆਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਅਧਿਕ ਪਰਮੇਸ਼ਰ ਨੂੰ ਸਮਝ ਸਕਦੇ ਹਾਂ, ਹੈ ਨਾ। ਪਰਮੇਸ਼ਰ ਨੇ ਸਾਨੂੰ ਆਪਣੀ ਅਧਿਕ ਈਸ਼ਵਰਤਾਈ ਸਮਝਾਉਣ ਲਈ ਕੁਦਰਤੀ ਦੁਨੀਆ ਬਣਾਈ। ਇਸ ਲਈ ਲਿਖਿਆ ਹੈ ਕਿ ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹਦਾ ਅਣਡਿੱਠ ਸੁਭਾਅ ਅਰਥਾਤ ਉਹਦੀ ਅਨਾਦਿ ਸਮਰਥਾ ਤੇ ਈਸ਼ਵਰਤਾਈ ਉਹਦੀ ਰਚਨਾ ਤੋਂ ਚੰਗੀ ਤਰ੍ਹਾਂ ਦਿਸ ਪੈਂਦੀ ਹੈ, ਇਸ ਕਰਕੇ ਉਹਨਾਂ ਲਈ ਕੋਈ ਉਜਰ ਨਹੀਂ ਹੈ। ਆਕਾਸ਼ ਵਿੱਚ ਉੱਡਣ ਵਾਲੇ ਪੰਛੀ, ਸਮੁੰਦਰ ਵਿੱਚ ਤੈਰਨ ਵਾਲੀਆਂ ਮੱਛੀਆਂ ਅਤੇ ਖੇਤ ਵਿੱਚ ਦੌੜਨ ਵਾਲੇ ਜਾਨਵਰ ਕਿਸ ਦੁਆਰਾ ਆਪਣਾ ਜੀਵਨ ਪ੍ਰਾਪਤ ਕਰ ਸਕਦੇ ਹਨ? ਅਸੀਂ ਦੇਖ ਸਕਦੇ ਹਾਂ ਕਿ ਸਾਰੇ ਜੀਵਨ ਮਾਤਾ ਦੁਆਰਾ ਦਿੱਤਾ ਜਾਂਦਾ ਹੈ। 20ਵੀਂ ਸਦੀ ਵਿੱਚ ਵਿਦਵਾਨਾਂ ਨੇ ਇਸ ਬਾਰੇ ਅਧਿਐਨ ਕੀਤਾ ਹੈ ਕਿ ਜੀਵਨ ਦਾ ਸਰੋਤ ਕੀ ਹੈ। ਉਹ ਇਸ ਸਿੱਟੇ ਉੱਤੇ ਪਹੁੰਚੇ ਕਿ ਜੇਕਰ ਮਾਵਾਂ ਨਾ ਹੋਣ ਤਦ ਸੰਤਾਨਾਂ ਨੂੰ ਜੀਵਨ ਨਹੀਂ ਦਿੱਤਾ ਜਾ ਸਕਦਾ। ਸਬੂਤ ਮਾਈਟੋਕੌਂਡਰੀਅਲ DNA ਹੈ। ਵਿਦਵਾਨਾਂ ਦਾ ਕਹਿਣਾ ਹੈ ਕਿ ਪਿਤਾ ਤੋਂ ਕੋਈ ਵੀ ਮਾਈਟੋਕੌਂਡਰੀਅਲ DNA ਸੰਤਾਨਾਂ ਨੂੰ ਨਹੀਂ ਦਿੱਤਾ ਜਾਂਦਾ ਹੈ। ਸਿਰਫ ਮਾਤਾ ਦਾ ਮਾਈਟੋਕੌਂਡਰੀਅਲ DNA ਸੰਤਾਨਾਂ ਨੂੰ ਦਿੱਤਾ ਜਾਂਦਾ ਹੈ। ਮਾਈਟੋਕੌਂਡਰੀਆ ਤੋਂ ਬਿਨਾਂ ਮੈਂ ਇੱਕ ਸਕਿੰਟ ਲਈ ਵੀ ਤੁਹਾਡੇ ਸਾਹਮਣੇ ਉਪਦੇਸ਼ ਨਹੀਂ ਦੇ ਸਕਦਾ। ਮੈਂ ਇੱਥੇ ਖੜਾ ਵੀ ਨਹੀਂ ਹੋ ਸਕਦਾ। ਦੂਸਰੇ ਸ਼ਬਦਾਂ ਵਿੱਚ ਮਾਈਟੋਕੌਂਡਰੀਅਲ DNA ਜੀਵਿਤ ਪਦਾਰਥ ਹਨ। ਕਿਉਂਕਿ ਇਸ ਦਾ ਇੰਨਾ ਮਹੱਤਵ ਹੈ ਅਤੇ ਸਿਰਫ ਮਾਤਾ ਦੁਆਰਾ ਵਿਰਾਸਤ ਵਿੱਚ ਮਿਲਿਆ ਹੈ, ਤਦ ਕਿ ਮਾਵਾਂ ਤੋਂ ਬਿਨਾਂ ਦੁਨੀਆ ਵਿੱਚ ਜੀਵਨ ਮੌਜੂਦ ਹੋ ਸਕਦਾ ਹੈ? ਬਿਲਕੁਲ ਨਹੀਂ। ਪਰਮੇਸ਼ਰ ਨੇ ਸਭ ਕੁਝ ਇਸ ਤਰ੍ਹਾਂ ਬਣਾਇਆ ਹੈ। ਅੱਜ ਮੈਂ ਮਨੁੱਖ ਦੁਆਰਾ
ਬਣਾਈਆਂ ਵਿਆਖਿਆਵਾਂ ਤੇ ਵਿਚਾਰਾਂ ਨਾਲ ਨਹੀਂ, ਬਲਕਿ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਸਿਰਫ ਬਾਈਬਲ ਨਾਲ ਗੱਲ ਕਰ ਰਿਹਾ ਹਾਂ। ਉਤਪਤ ਅਧਿਆਇ 1 ਵਿੱਚ ਵੀ ਪਰਮੇਸ਼ਰ ਨੇ ਆਪਣੇ ਆਪ ਨੂੰ ਅਸੀਂ ਕਿਹਾ। ਪਿਤਾ ਪਰਮੇਸ਼ਰ ਤੇ ਮਾਤਾ ਪਰਮੇਸ਼ਰ ਨੇ ਮਿਲ ਕੇ ਮੁਕਤੀ ਦੇ ਕੰਮ ਦੀ ਯੋਜਨਾ ਬਣਾਈ ਅਤੇ 6000 ਸਾਲਾਂ ਤੱਕ ਮੁਕਤੀ ਦੇ ਕੰਮ ਦੀ ਅਗਵਾਈ ਕੀਤੀ ਹੈ। ਬਾਈਬਲ ਕੀ ਕਹਿੰਦੀ ਹੈ ਕਿ ਉਹ ਮਨੁੱਖ ਜਾਤੀ ਦੇ ਸਾਹਮਣੇ ਕਦੋਂ ਪ੍ਰਗਟ ਹੋਣਗੇ? ਉਹ ਆਖਰੀ ਦਿਨ ਵਿੱਚ ਪ੍ਰਗਟ ਹੋਣਗੇ। ਜਿਵੇਂ 6 ਦਿਨਾਂ ਦੀ ਰਚਨਾ ਦੇ 6ਵੇਂ ਦਿਨ ਹਵਾ ਨੂੰ ਬਣਾਇਆ ਗਿਆ ਸੀ, ਉਸੇ ਤਰ੍ਹਾਂ ਸਵਰਗੀ ਯਰੂਸ਼ਲਮ ਮਾਤਾ 6000 ਸਾਲ ਦੇ ਮੁਕਤੀ ਦੇ ਕੰਮ ਦੇ ਅੰਤ ਵਿੱਚ ਪ੍ਰਗਟ ਹੋਣਗੇ ਅਤੇ ਉਹ ਸਿਓਨ ਦੀਆਂ ਸਾਰੀ ਸੰਤਾਨਾਂ ਨੂੰ ਇਕੱਠਾ ਕਰੇਗੀ ਅਤੇ ਉਹਨਾਂ ਦੀ ਸਦੀਪਕ ਸਵਰਗ ਦੇ ਰਾਜ ਵੱਲ ਅਗਵਾਈ ਕਰੇਗੀ। ਪਰਮੇਸ਼ਰ ਨੇ ਸਾਨੂੰ ਬਾਈਬਲ ਦੀਆਂ 66 ਕਿਤਾਬਾਂ ਦੀਆਂ ਭਵਿੱਖਬਾਣੀਆਂ ਰਾਹੀਂ ਮੁਕਤੀ ਦੇ ਇਸ ਕੰਮ ਬਾਰੇ ਜਾਣਨ ਦਿੱਤਾ ਹੈ। ਰੋਮੀਓ ਅਧਿਆਇ 1 ਅਤੇ ਪ੍ਰਕਾਸ਼ ਦੀ ਪੋਥੀ ਅਧਿਆਇ 4 ਵਿੱਚ ਪਰਮੇਸ਼ਰ ਕਹਿੰਦੇ ਹਨ, ਜਦੋਂ ਮੈਂ ਆਕਾਸ਼ ਅਤੇ ਧਰਤੀ ਨੂੰ ਬਣਾਇਆ ਤਦ ਕਿ ਤੁਹਾਨੂੰ ਇਹ ਨਹੀਂ ਸਿਖਾਇਆ ਕਿ ਬਿਨਾਂ ਮਕਸਦ ਦੇ ਕੁਝ ਵੀ ਨਹੀਂ ਬਣਾਇਆ ਗਿਆ ਸੀ। ਕਿ ਮੈਂ ਤੁਹਾਨੂੰ ਉਹਨਾਂ ਸਾਰੀਆਂ ਚੀਜ਼ਾਂ ਦੁਆਰਾ ਆਪਣਾ ਅਦਿੱਖ ਈਸ਼ਵਰਤਾਈ ਸੁਭਾਅ ਨਹੀਂ ਦਿਖਾਇਆ ਹੈ ਤਾਂ ਜੋ ਸਾਰੇ ਲੋਕ ਮੇਰੇ ਬਾਰੇ ਸਮਝ ਸਕਣ। ਜਿਸ ਤਰ੍ਹਾਂ ਇਸ ਧਰਤੀ ਉੱਤੇ ਸਰੀਰਕ ਪਰਿਵਾਰ ਵਿੱਚ ਇੱਕ ਪਿਤਾ, ਇੱਕ ਮਾਤਾ ਅਤੇ ਭੈਣ ਭਰਾ ਹੁੰਦੇ ਹਨ, ਉਸੇ ਤਰ੍ਹਾਂ ਸਵਰਗੀ ਆਤਮਿਕ ਪਰਿਵਾਰ ਵਿੱਚ ਪਿਤਾ ਪਰਮੇਸ਼ਰ ਅਤੇ ਸਵਰਗੀ ਭੈਣਾਂ ਅਤੇ ਭਰਾਵਾਂ ਨਾਲ ਕਿਸ ਦੀ ਮੌਜੂਦਗੀ ਹੈ? ਮਾਤਾ ਪਰਮੇਸ਼ਰ ਦੀ ਜ਼ਰੂਰ ਹੀ ਮੌਜੂਦਗੀ ਹੋਣੀ ਚਾਹੀਦੀ ਹੈ। ਪਿਤਾ ਪਰਮੇਸ਼ਰ ਨੇ ਮਾਤਾ ਪਰਮੇਸ਼ਰ ਦੁਆਰਾ ਆਪਣੇ ਸੰਤਾਨਾਂ ਨੂੰ ਕੀ ਦੇਣ ਦਾ ਵਾਅਦਾ ਕੀਤਾ ਹੈ? ਪਹਿਲਾ ਯੋਹਨਾ ਅਧਿਆਇ 2 ਵਿੱਚ ਇਹ ਕਹਿੰਦਾ ਹੈ, ਉਹ ਵਾਅਦਾ ਹੈ ਜਿਹੜਾ ਉਸਨੇ ਸਾਨੂੰ ਦਿੱਤਾ। ਉਹਨਾਂ ਨੇ ਸਾਡੇ ਨਾਲ ਕੀ ਵਾਅਦਾ ਕੀਤਾ ਹੈ? ਇਸ ਸਦੀਪਕ ਜੀਵਨ ਨੂੰ ਕੌਣ ਪ੍ਰਾਪਤ ਕਰ ਸਕਦਾ ਹੈ? ਇਹ ਸਦੀਪਕ ਜੀਵਨ ਪਰਮੇਸ਼ਰ ਦੀ ਆਸ਼ੀਸ਼ ਅਤੇ ਸੱਚਾਈ ਹੈ ਜੋ ਉਹਨਾਂ ਦੀ ਸੰਤਾਨਾਂ ਨੂੰ ਦਿੱਤੀ ਗਈ ਹੈ ਜੋ ਪਿਤਾ ਪਰਮੇਸ਼ਰ ਤੇ ਮਾਤਾ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਨ। ਕੇਵਲ ਜਦੋਂ ਸਾਡੇ ਕੋਲ ਸਦੀਪਕ ਜੀਵਨ ਹੋਵੇਗਾ ਤਦ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਜਿਵੇਂ ਕਿ ਲਿਖਿਆ ਹੈ, ਪਰਮੇਸ਼ਰ ਦਾ ਰਾਜ ਉਹ ਹੈ ਜਿੱਥੇ ਮੌਤ ਨਹੀਂ ਹੈ। ਅਸੀਂ ਜੋ ਪਿਤਾ ਪਰਮੇਸ਼ਰ ਤੇ ਮਾਤਾ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਾਂ, ਪਰਮੇਸ਼ਰ ਨੇ ਮੁਕਤੀ ਦੀ ਕਿਰਪਾ ਅਤੇ ਆਸ਼ੀਸ਼ ਦਿੱਤੀ ਹੈ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਰਮੇਸ਼ਰ ਨੂੰ ਧੰਨਵਾਦ ਅਤੇ ਮਹਿਮਾ ਦੇਣ ਅਤੇ ਸਦੀਪਕ ਸਵਰਗ ਦੇ ਰਾਜ ਤੱਕ ਪਹੁੰਚਣ ਲਈ ਕਹਿੰਦੇ ਹੋਏ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।